ਮੇਰੀ ਖੂਬਸੂਰਤੀ ਹੀ ਮੇਰੇ ਤੇ ਭਾਰੀ ਪੈ ਜਾਵੇਗੀ। ਇਸ ਗੱਲ ਦਾ ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ। ਮੈਂ ਇੰਨੀ ਜ਼ਿਆਦਾ ਖੂਬਸੂਰਤ ਸੀ ਕਿ ਪਤਾ ਨਹੀਂ ਹੁਣ ਤੱਕ ਕਿੰਨੇ ਰਿਸ਼ਤੇ ਮੈਂ ਆਪਣੀ ਖੂਬਸੂਰਤੀ ਦੇ ਹੰਕਾਰ ਵਿੱਚ ਮੋੜ ਚੁੱਕੀ ਸੀ। ਮੇਰੇ ਸਾਰੇ ਰਿਸ਼ਤੇਦਾਰ ਮੈਨੂੰ ਰਿਸ਼ਤਾ ਕਰਵਾਉਣ ਲਈ ਤਿਆਰ ਸੀ। ਬਸ ਉਹ ਮੇਰੀ ਹਾਂ ਦੀ ਉਡੀਕ ਕਰ ਰਹੇ ਸਨ। ਪਰ ਜੋ ਰਿਸ਼ਤੇ ਉਹ ਲੈ ਕੇ ਆਉਂਦੇ, ਉਹਨਾਂ ਵਿੱਚੋਂ ਕੋਈ ਵੀ ਰਿਸ਼ਤਾ ਮੈਨੂੰ ਪਸੰਦ ਨਹੀਂ ਸੀ ਆਉਂਦਾ। ਇੱਕ ਵਾਰ ਤਾਂ ਮੇਰਾ ਰਿਸ਼ਤਾ ਹੋ ਕੇ ਟੁੱਟ ਵੀ ਚੁੱਕਾ ਸੀ। ਜਿਸ ਲੜਕੇ ਨਾਲ ਮੇਰਾ ਰਿਸ਼ਤਾ ਹੋਇਆ ਸੀ, ਉਹ ਸਾਡੀ ਰਿਸ਼ਤੇਦਾਰੀ ਵਿੱਚੋਂ ਹੀ ਸੀ। ਸਾਡੀ ਹਰ ਰੋਜ਼ ਫੋਨ ਤੇ ਗੱਲ ਵੀ ਹੋਣ ਲੱਗੀ ਸੀ। ਪਰ ਜਿਵੇਂ ਹੀ ਉਸਨੇ ਦੱਸਿਆ ਕਿ ਮੈਂ ਤਾਂ ਸਿਰਫ 20-22 ਹਜ਼ਾਰ ਤੇ ਨੌਕਰੀ ਕਰਦਾ ਹਾਂ, ਤਾਂ ਮੈਂ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਤੇ ਮਜਬੂਰੀ ਵਿੱਚ ਮੇਰੇ ਮਾਂ-ਬਾਪ ਨੂੰ ਉਸ ਰਿਸ਼ਤੇ ਲਈ ਨਾ ਕਰਨੀ ਪਈ। ਅਸੀਂ ਗਰੀਬ ਜ਼ਰੂਰ ਸੀ, ਪਰ ਮੈਂ ਕਿਸੇ ਅਜਿਹੇ ਆਦਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਜੋ ਕਿ ਬਹੁਤ ਹੀ ਜ਼ਿਆਦਾ ਅਮੀਰ ਹੋਵੇ। 20-22 ਹਜ਼ਾਰ ਤਨਖਾਹ ਵਾਲਿਆਂ ਦੇ ਤਾਂ ਮੈਨੂੰ ਪਤਾ ਨਹੀਂ ਕਿੰਨੇ ਰਿਸ਼ਤੇ ਆ ਚੁੱਕੇ ਸਨ। ਮੈਂ ਖੂਬਸੂਰਤ ਬਹੁਤ ਜ਼ਿਆਦਾ ਸੀ। ਜੇ ਰੱਬ ਨੇ ਮੈਨੂੰ ਸੋਹਣੀ ਸ਼ਕਲ ਦਿੱਤੀ ਸੀ, ਪਰ ਇਸ ਸ਼ਕਲ ਦਾ ਫਾਇਦਾ ਉਠਾਉਣਾ ਤਾਂ ਬਣਦਾ ਸੀ। ਮੇਰੇ ਪਿਤਾ ਜੀ ਹਮੇਸ਼ਾ ਹੀ ਬਿਮਾਰ ਰਹਿੰਦੇ ਸਨ। ਸਾਡੇ ਘਰ ਦੇ ਹਾਲਾਤ ਚੰਗੇ ਨਹੀਂ ਸਨ। ਮੇਰੇ ਇੱਕ ਰਿਸ਼ਤੇਦਾਰ ਨੇ ਤਾਂ ਮੈਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਤੂੰ ਖੁਦ ਕਿਹੜਾ ਕਿਸੇ ਬਾਦਸ਼ਾਹ ਦੀ ਬੇਟੀ ਹੈ ਜੋ ਇੰਨੇ ਰਿਸ਼ਤਿਆਂ ਨੂੰ ਠੁਕਰਾਈ ਜਾ ਰਹੀ ਹੈ। ਤੇਰਾ ਬਾਪ ਵੀ ਤਾਂ ਇੱਕ ਮਜ਼ਦੂਰ ਹੀ ਹੈ। ਮੈਂ ਉਸ ਨੂੰ ਤੁਰੰਤ ਜਵਾਬ ਦਿੱਤਾ ਕਿ ਕਿਸੇ ਬਾਦਸ਼ਾਹ ਦੀ ਬੇਟੀ ਨਹੀਂ ਹਾਂ, ਤਾਂ ਫਿਰ ਤੂੰ ਇੱਥੇ ਮੇਰਾ ਰਿਸ਼ਤਾ ਮੰਗਣ ਲਈ ਕਿਉਂ ਆਇਆ ਹੈ? ਮੇਰੇ ਕੋਲ ਖੂਬਸੂਰਤ ਸ਼ਕਲ ਸੂਰਤ ਹੈ, ਤਾਂ ਹੀ ਤਾਂ ਮੇਰੇ ਲਈ ਇੰਨੇ ਰਿਸ਼ਤੇ ਆਉਂਦੇ ਨੇ। ਇਹ ਉਹੀ ਲੜਕਾ ਸੀ ਜਿਸ ਦਾ ਮੇਰੇ ਨਾਲੋਂ ਰਿਸ਼ਤਾ ਟੁੱਟ ਚੁੱਕਾ ਸੀ, ਪਰ ਉਸਨੇ ਇੰਨਾ ਕਹਿ ਦਿੱਤਾ ਸੀ ਕਿ ਮੈਂ ਤੈਨੂੰ ਸੱਚੇ ਦਿਲੋਂ ਪਿਆਰ ਕਰਦਾ ਹਾਂ। ਪੇਕੇ ਘਰ ਤੇਰੇ ਅੰਦਰੋਂ ਇਹ ਗਰੂਰ ਨਾ ਨਿਕਲਿਆ ਤਾਂ ਤੂੰ ਬਹੁਤ ਪਛਤਾਏਂਗੀ। ਮੈਂ ਉਸ ਨੂੰ ਕਿਹਾ, ਅੱਛਾ ਦੇਖਦੇ ਹਾਂ ਕੀ ਹੁੰਦਾ ਹੈ। ਬਿਮਾਰੀ ਦੇ ਚਲਦਿਆਂ ਮੇਰੇ ਪਿਤਾ ਜੀ ਦੀ ਇੱਕ ਦਿਨ ਮੌਤ ਹੋ ਗਈ। ਉਹਨਾਂ ਦੀ ਮੌਤ ਤੋਂ ਬਾਅਦ ਸਾਡੇ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋਣ ਲੱਗੇ। ਮੇਰੀ ਮਾਂ ਵੀ ਬਿਮਾਰ ਰਹਿਣ ਲੱਗੀ, ਕਿਉਂਕਿ ਜਦੋਂ ਕਿਸੇ ਦਾ ਹਮਸਫ਼ਰ ਇਸ ਦੁਨੀਆ ਤੋਂ ਚਲਾ ਜਾਵੇ ਤਾਂ ਗੱਲ ਦਿਲ ਤੇ ਲੱਗ ਜਾਂਦੀ ਹੈ। ਮੇਰੀ ਮਾਂ ਮੇਰੇ ਪਿਤਾ ਤੋਂ ਬਿਨਾਂ ਆਪਣੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗੀ ਤੇ ਇਹ ਦੁੱਖ ਉਹਨਾਂ ਨੂੰ ਲੈ ਬੈਠਾ। ਮੈਂ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ ਤੇ ਉਸੇ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ। ਜੋ ਕੁਝ ਪੈਸੇ ਮੇਰੇ ਪਿਤਾ ਜੀ ਨੇ ਜੋੜ ਕੇ ਰੱਖੇ ਹੋਏ ਸਨ, ਉਹ ਵੀ ਖਤਮ ਹੋ ਗਏ। ਸਾਡਾ ਘਰ ਵੀ ਕਿਰਾਏ ਦਾ ਸੀ, ਪਰ ਸਾਡਾ ਮਕਾਨ ਮਾਲਕ ਬਹੁਤ ਹੀ ਜ਼ਿਆਦਾ ਸਖਤ ਮਿਜਾਜ ਦਾ ਇਨਸਾਨ ਸੀ। ਮੁਹੱਲੇ ਵਿੱਚ ਉਸ ਦੇ ਕਰੀਬ 20 ਘਰ ਸਨ, ਜੋ ਕਿ ਸਾਰੇ ਦੇ ਸਾਰੇ ਉਸਨੇ ਕਿਰਾਏ ਤੇ ਦੇ ਦਿੱਤੇ ਸਨ। ਅਗਰ ਕੋਈ ਵੀ ਉਸ ਨੂੰ ਕਿਰਾਇਆ ਨਾ ਦਿੰਦਾ, ਉਹ ਉਸ ਨੂੰ ਘਰੋਂ ਬਾਹਰ ਕੱਢ ਦਿੰਦਾ, ਕਿਉਂਕਿ ਉਸ ਕੋਲ ਕਿਰਾਏਦਾਰਾਂ ਦੀ ਕਮੀ ਨਹੀਂ ਸੀ। ਉਸ ਦਾ ਲੰਬਾ ਜਿਹਾ ਕੱਦ ਤੇ ਥੋੜੇ ਵਾਲ ਸਫੇਦ ਸਨ। ਉਸ ਦੀ ਉਮਰ ਤਕਰੀਬਨ 44 ਸਾਲ ਹੋਵੇਗੀ। ਜਦੋਂ ਉਹ ਸਾਡੇ ਘਰ ਆਉਂਦਾ ਤਾਂ ਉਹ ਮੈਨੂੰ ਕਾਫੀ ਜ਼ਿਆਦਾ ਅਜੀਬ ਨਜ਼ਰਾਂ ਨਾਲ ਦੇਖਦਾ, ਇਸ ਲਈ ਮੈਂ ਜ਼ਿਆਦਾ ਉਸ ਦੇ ਸਾਹਮਣੇ ਨਹੀਂ ਸੀ ਆਉਂਦੀ। ਪਰ ਹੁਣ ਮੇਰੀ ਮਾਂ ਬਿਮਾਰ ਸੀ ਤੇ ਉਹ ਸਾਡੇ ਘਰ ਆਉਣ ਤੋਂ ਬਾਅਦ ਕਹਿਣ ਲੱਗਾ ਕਿ ਮੈਨੂੰ ਕਿਰਾਇਆ ਚਾਹੀਦਾ ਹੈ। ਮੈਂ ਉਸ ਨੂੰ ਕਿਹਾ ਕਿ ਤੁਸੀਂ ਇੱਕ ਹਫ਼ਤਾ ਤਾਂ ਸਬਰ ਕਰ ਸਕਦੇ ਹੋ। ਉਸਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਤੇ ਕਹਿਣ ਲੱਗਾ ਕਿ ਠੀਕ ਹੈ, ਇੱਕ ਹਫ਼ਤੇ ਦੀ ਮੌਲਤ ਦੇ ਦਿੰਦਾ ਹਾਂ, ਪਰ ਉਸ ਤੋਂ ਬਾਅਦ ਤੁਹਾਨੂੰ ਕਿਰਾਇਆ ਦੇਣਾ ਹੀ ਪਵੇਗਾ। ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ। ਬੱਚਿਆਂ ਦੀ ਫੀਸ ਤਾਂ ਆਉਣ ਵਾਲੀ ਸੀ, ਪਰ ਜੇਕਰ ਉਸ ਨੂੰ ਕਿਰਾਇਆ ਦੇ ਦਿੰਦੀ ਤਾਂ ਮਾਂ ਦੀਆਂ ਦਵਾਈਆਂ ਦਾ ਖਰਚਾ ਕਿੱਥੋਂ ਪੂਰਾ ਹੋਣਾ ਸੀ। ਮੈਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਮਾਂ ਦੀ ਤਬੀਅਤ ਹੋਰ ਜ਼ਿਆਦਾ ਖਰਾਬ ਨਾ ਹੋ ਜਾਵੇ। ਫਿਰ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ। ਰਾਤ ਦੇ ਸਮੇਂ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ। ਮੈਂ ਮੇਰੀ ਮਾਂ ਨੂੰ ਹਸਪਤਾਲ ਲੈ ਕੇ ਗਈ। ਹਸਪਤਾਲ ਵਾਲੇ ਕਹਿਣ ਲੱਗੇ ਕਿ ਉਹਨਾਂ ਨੂੰ ਹੁਣੇ ਹੀ ਐਡਮਿਟ ਕਰਨਾ ਪਵੇਗਾ ਤੇ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਮੇਰੇ ਕੋਲ ਪੈਸੇ ਨਹੀਂ ਸਨ, ਪਰ ਮੈਂ ਕੰਨਾਂ ਦੇ ਵਿੱਚ ਸੋਨੇ ਦੀਆਂ ਵਾਲੀਆਂ ਪਾ ਰੱਖੀਆਂ ਸੀ, ਜੋ ਕਿ ਮੇਰੀ ਆਖਰੀ ਜਮ੍ਹਾਂ ਪੂੰਜੀ ਸੀ। ਉਹ ਮੈਂ ਉਤਾਰ ਕੇ ਕਾਊਂਟਰ ਤੇ ਰੱਖ ਦਿੱਤੀਆਂ। ਡਾਕਟਰ ਨੇ ਮੈਨੂੰ ਬੜੀ ਅਜੀਬ ਨਜ਼ਰਾਂ ਨਾਲ ਦੇਖਿਆ ਤੇ ਉਸ ਤੋਂ ਬਾਅਦ ਕਹਿਣ ਲੱਗਾ ਕਿ ਠੀਕ ਹੈ, ਪਰ ਦਵਾਈ ਵਾਸਤੇ ਪੈਸਿਆਂ ਦਾ ਇੰਤਜ਼ਾਮ ਕਰ ਲਓ। ਉਹਨਾਂ ਨੇ ਮੇਰੀ ਮਾਂ ਨੂੰ ਐਡਮਿਟ ਤਾਂ ਕਰ ਲਿਆ, ਪਰ ਦਵਾਈ ਵਾਸਤੇ ਪੈਸੇ ਮੇਰੇ ਕੋਲ ਨਹੀਂ ਸਨ।
ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਇੱਧਰ ਉੱਧਰ ਭਟਕਦੀ ਫਿਰ ਰਹੀ ਸੀ। ਮੇਰੇ ਹੱਥ ਪੈਰ ਪੂਰੀ ਤਰ੍ਹਾਂ ਕੰਬਣ ਲੱਗੇ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਜ਼ਿੰਦਗੀ ਦੀ ਹਕੀਕਤ ਤਾਂ ਮੇਰੇ ਸਾਹਮਣੇ ਅੱਜ ਆਈ ਹੈ। ਮੇਰੇ ਕਾਫੀ ਰਿਸ਼ਤੇਦਾਰ ਸਨ ਜਿਨ੍ਹਾਂ ਤੋਂ ਜੇਕਰ ਮੈਂ ਮਦਦ ਮੰਗੀ ਤਾਂ ਥੋੜੀ ਥੋੜੀ ਕਰਕੇ ਵੀ ਕਰ ਦਿੰਦੇ, ਪਰ ਉਹਨਾਂ ਦੇ ਲਿਆਂਦੇ ਗਏ ਰਿਸ਼ਤੇ ਤਾਂ ਮੈਂ ਹੱਥੀਂ ਮੋੜੇ ਸਨ। ਤੇ ਹੁਣ ਮੈਂ ਉਹਨਾਂ ਤੋਂ ਕਿਸ ਮੂੰਹ ਨਾਲ ਮਦਦ ਮੰਗਦੀ ਤੇ ਉਹ ਮੇਰੀ ਮਦਦ ਕਰਦੇ ਵੀ ਕਿਉਂ? ਇੱਕ ਉਹੀ ਲੜਕਾ ਸੀ ਜਿਸ ਨਾਲ ਮੇਰਾ ਰਿਸ਼ਤਾ ਟੁੱਟਿਆ ਸੀ ਤੇ ਉਹ ਮੈਨੂੰ ਪਿਆਰ ਵੀ ਬਹੁਤ ਜ਼ਿਆਦਾ ਕਰਦਾ ਸੀ। ਉਸ ਦਾ ਨਾਮ ਰਾਜ ਸੀ। ਮੈਂ ਸੋਚਿਆ ਕਿ ਸ਼ਾਇਦ ਉਹ ਮੇਰੀ ਮਦਦ ਕਰ ਦੇਵੇ। ਮੈਨੂੰ ਲੱਗਿਆ ਕਿ ਮੈਨੂੰ ਉਸ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਨਹੀਂ ਸੀ ਲੱਗ ਰਿਹਾ। ਮੈਂ ਉਸ ਦੇ WhatsApp ਨੰਬਰ ਤੇ ਮੈਸੇਜ ਕਰ ਦਿੱਤਾ, ਪਰ ਉਹ WhatsApp ਤੋਂ ਵੀ ਆਫਲਾਈਨ ਸੀ। ਮੈਂ ਸੋਚਿਆ ਕਿ ਇਹ ਪਤਾ ਨਹੀਂ ਕਦੋਂ ਤੱਕ ਮੈਸੇਜ ਦੇਖੇਗਾ। ਉਦੋਂ ਤੱਕ ਤਾਂ ਹੋ ਸਕਦਾ ਹੈ ਮੇਰੀ ਮਾਂ ਦੀ ਹਾਲਤ ਹੋਰ ਜ਼ਿਆਦਾ ਵਿਗੜ ਜਾਵੇ, ਕਿਉਂਕਿ ਡਾਕਟਰ ਨੇ ਕਿਹਾ ਸੀ ਕਿ ਮੇਰੀ ਮਾਂ ਦਾ ਜਲਦ ਤੋਂ ਜਲਦ ਆਪਰੇਸ਼ਨ ਨਾ ਕੀਤਾ ਗਿਆ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਮੈਂ ਆਪ ਆ ਕੇ ਹਸਪਤਾਲ ਦੇ ਇੱਕ ਕੋਨੇ ਵਿੱਚ ਬੈਠ ਗਈ ਤੇ ਬੈਠ ਕੇ ਰੋਣਾ ਸ਼ੁਰੂ ਕਰ ਦਿੱਤਾ। ਮੇਰੇ ਮੋਢੇ ਤੇ ਪਿੱਛੋਂ ਦੀ ਕਿਸੇ ਨੇ ਹੱਥ ਰੱਖਿਆ। ਮੈਂ ਪਲਟ ਕੇ ਦੇਖਿਆ ਤਾਂ ਪਿੱਛੇ ਸਾਡਾ ਮਕਾਨ ਮਾਲਿਕ ਖੜਾ ਹੋਇਆ ਸੀ। ਉਹ ਮੈਨੂੰ ਕਹਿਣ ਲੱਗਾ ਕਿ ਤੂੰ ਇੱਥੇ ਕੀ ਕਰ ਰਹੀ ਹੈ? ਮੈਂ ਉਸ ਨੂੰ ਸਭ ਕੁਝ ਸੱਚ ਦੱਸ ਦਿੱਤਾ। ਮੈਂ ਉਸ ਨੂੰ ਇਹ ਵੀ ਕਿਹਾ ਕਿ ਮੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਮੈਂ ਤੁਹਾਡੇ ਪੈਸੇ ਵੀ ਦੇਣੇ ਸੀ, ਪਰ ਮੇਰੀ ਮਾਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਤੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ। ਇੰਨਾ ਕਹਿੰਦਿਆਂ ਹੋਇਆਂ ਮੈਂ ਉੱਚੀ ਉੱਚੀ ਰੋਣ ਲੱਗੀ। ਕਹਿੰਦੇ ਨੇ ਕਿ ਰੋਂਦੀ ਹੋਈ ਔਰਤ ਨੂੰ ਦੇਖ ਕੇ ਮਰਦ ਦਾ ਦਿਲ ਪਿਘਲ ਜਾਂਦਾ ਹੈ, ਫਿਰ ਚਾਹੇ ਉਹ ਕਿੰਨਾ ਵੀ ਪੱਥਰ ਦਿਲ ਕਿਉਂ ਨਾ ਹੋਵੇ। ਉਹ ਮੈਨੂੰ ਕਹਿਣ ਲੱਗਾ ਕਿ ਤੂੰ ਫਿਕਰ ਨਾ ਕਰ, ਮੈਂ ਤੇਰੀ ਮਾਂ ਦਾ ਇਲਾਜ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹਾਂ ਤੇ ਤੇਰਾ ਕਿਰਾਇਆ ਵੀ ਮਾਫ ਕਰ ਦੇਵਾਂਗਾ। ਉਸਨੇ ਇਸ ਤਰ੍ਹਾਂ ਹੀ ਕੀਤਾ। ਉਸਨੇ ਹਸਪਤਾਲ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ ਤੇ ਮੇਰੀ ਮਾਂ ਦਾ ਇਲਾਜ ਸ਼ੁਰੂ ਹੋ ਗਿਆ। ਮੈਂ ਉਸ ਨੂੰ ਕਿਹਾ ਕਿ ਮੈਂ ਕਿਸ ਮੂੰਹ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਾਂ। ਮੈਂ ਤਾਂ ਤੁਹਾਡੇ ਬਾਰੇ ਸਿਰਫ ਬੁਰਾਈ ਹੀ ਸੁਣੀ ਹੈ, ਪਰ ਤੁਸੀਂ ਤਾਂ ਬਹੁਤ ਚੰਗੇ ਇਨਸਾਨ ਹੋ। ਪਰ ਉਹ ਮੈਨੂੰ ਕਹਿਣ ਲੱਗਾ ਕਿ ਠੀਕ ਹੀ ਤਾਂ ਕਹਿ ਰਹੇ ਨੇ ਲੋਕ, ਮੈਂ ਕੋਈ ਚੰਗਾ ਇਨਸਾਨ ਨਹੀਂ ਹਾਂ, ਮੈਂ ਬਹੁਤ ਬੁਰਾ ਇਨਸਾਨ ਹਾਂ। ਪਰ ਮੈਂ ਤੇਰੀ ਮਦਦ ਕੀਤੀ ਹੈ ਤਾਂ ਆਪਣੇ ਮਤਲਬ ਲਈ। ਤੈਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ, ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਪਵੇਗਾ। ਉਸ ਦੀ ਇਹ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਹ ਕਹਿਣ ਲੱਗਾ ਕਿ ਸਾਰੀ ਜ਼ਿੰਦਗੀ ਲਈ ਕਿਰਾਇਆ ਮਾਫ ਹੋ ਜਾਵੇਗਾ ਤੇ ਹਰ ਮਹੀਨੇ ਖਰਚਾ ਵੀ ਮਿਲਿਆ ਕਰੇਗਾ। ਤੇਰੀ ਤੇ ਤੇਰੀ ਮਾਂ ਦੀ ਮੇਰੀ ਜ਼ਿੰਮੇਵਾਰੀ ਹੋਵੇਗੀ। ਮੈਂ ਉਸ ਨੂੰ ਕਿਹਾ, ਮੈਂ ਤਾਂ ਸੁਣਿਆ ਕਿ ਤੁਹਾਡੀ ਪਤਨੀ ਹੈ ਅਤੇ ਤੁਹਾਡੇ ਬੱਚੇ ਵੀ ਜਵਾਨ ਨੇ। ਉਹ ਕਹਿਣ ਲੱਗਾ ਕਿ ਬੱਚੇ ਤਾਂ ਜਵਾਨ ਨੇ, ਪਰ ਮੇਰੀ ਪਤਨੀ ਜਵਾਨ ਨਹੀਂ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਪੈਸੇ ਕਿਸੇ ਤਰ੍ਹਾਂ ਵਾਪਸ ਕਰ ਦੇਵਾਂਗੀ, ਪਰ ਮੈਂ ਇਹ ਵਿਆਹ ਨਹੀਂ ਕਰਵਾ ਸਕਦੀ। ਉਸਨੇ ਕਿਹਾ, ਫਿਰ ਤੂੰ ਹੁਣੇ ਮੇਰੇ ਪੈਸੇ ਵਾਪਸ ਕਰ, ਕਿਉਂਕਿ 2 ਲੱਖ ਦਾ ਖਰਚਾ ਆਇਆ ਹੈ ਤੇਰੀ ਮਾਂ ਤੇ। ਮੈਂ ਉਸ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ, ਕਿਉਂਕਿ ਇੰਨੇ ਪੈਸੇ ਤਾਂ ਲੱਗੇ ਹੀ ਨਹੀਂ ਸੀ ਤੇ ਉਹ ਬਿਲਕੁਲ ਝੂਠ ਬੋਲ ਰਿਹਾ ਸੀ। ਪਰ ਜਿੰਨੇ ਵੀ ਲੱਗੇ ਸੀ ਮੇਰੇ ਕੋਲ ਓਨੇ ਵੀ ਤਾਂ ਨਹੀਂ ਸੀ। ਮੈਂ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ ਹਾਂ, ਜੇਕਰ ਤੈਨੂੰ ਕੁਝ ਹੋਰ ਚਾਹੀਦਾ ਹੈ ਤਾਂ ਲੈ ਲੈ। ਉਹ ਮੈਨੂੰ ਬੜਾ ਅਜੀਬ ਨਜ਼ਰਾਂ ਨਾਲ ਦੇਖਣ ਲੱਗਾ। ਉਹ ਕਹਿਣ ਲੱਗਾ ਕਿ ਤੇਰੇ ਕੋਲ ਦੇਣ ਲਈ ਕੀ ਹੈ? ਮੇਰੇ ਦਿੱਤੇ ਹੋਏ ਮਕਾਨ ਵਿੱਚ ਰਹਿਣੀ ਹੈ, ਤੇਰੇ ਕੋਲ ਤਾਂ ਘਰ ਦਾ ਪੂਰਾ ਸਮਾਨ ਵੀ ਨਹੀਂ ਹੈ। ਜੇਕਰ ਤੂੰ ਮੇਰੀ ਗੱਲ ਨਹੀਂ ਮੰਨ ਸਕਦੀ ਤਾਂ ਮੈਨੂੰ ਮੇਰੇ ਪੈਸੇ ਹੁਣੇ ਹੀ ਵਾਪਸ ਚਾਹੀਦੇ ਨੇ। ਮੈਨੂੰ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ। ਮੈਂ ਉਸ ਨੂੰ ਕਿਹਾ ਕਿ ਠੀਕ ਹੈ, ਮੈਂ ਤੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ। ਪਤਾ ਨਹੀਂ ਕਿਹੋ ਜਿਹਾ ਮਨਹੂਸ ਸਮਾਂ ਸੀ ਜਿਹੜੇ ਸਮੇਂ ਮੈਂ ਉਸ ਨੂੰ ਵਿਆਹ ਲਈ ਹਾਂ ਕਰ ਦਿੱਤੀ। ਸ਼ਾਇਦ ਮੈਂ ਬਹੁਤ ਘਬਰਾਈ ਹੋਈ ਸੀ, ਇਸ ਲਈ ਮੈਂ ਉਸ ਨੂੰ ਨਾ ਕਰ ਸਕੀ। ਉਹ ਕਹਿਣ ਲੱਗਾ ਕਿ ਚੱਲ ਆਪਾਂ ਹੁਣੇ ਵਿਆਹ ਕਰਵਾ ਲੈਂਦੇ ਹਾਂ। ਮੇਰੀ ਮਾਂ ਹੁਣ ਖਤਰੇ ਤੋਂ ਬਾਹਰ ਸੀ। ਉਸ ਨੂੰ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ, ਪਰ ਹਾਲੇ ਤੱਕ ਉਹ ਹੋਸ਼ ਵਿੱਚ ਨਹੀਂ ਸੀ। ਨਰਸਾਂ ਉਸ ਦਾ ਖਿਆਲ ਰੱਖ ਰਹੀਆਂ ਸਨ, ਕਿਉਂਕਿ ਉਸਨੇ ਨਰਸਾਂ ਨੂੰ ਵਾਧੂ ਪੈਸੇ ਦੇ ਦਿੱਤੇ ਸਨ। ਅਸੀਂ ਹਸਪਤਾਲ ਵਿੱਚੋਂ ਚਲੇ ਗਏ ਤੇ ਉਸਨੇ ਮੇਰੇ ਨਾਲ ਵਿਆਹ ਕਰਵਾ ਲਿਆ। ਰਸਤੇ ਵਿੱਚ ਜਾਂਦੇ ਜਾਂਦੇ ਮੈਂ ਸੋਚ ਰਹੀ ਸੀ ਕਿ ਇੰਨੇ ਲੋਕਾਂ ਦਾ ਦਿਲ ਤੋੜਿਆ ਸੀ ਮੈਂ, ਸ਼ਾਇਦ ਇਸੇ ਦੀ ਸਜ਼ਾ ਮੈਨੂੰ ਮਿਲੀ ਹੈ ਤੇ ਅੱਜ ਮੇਰਾ ਵਿਆਹ ਇੱਕ ਬੁੱਢੇ ਨਾਲ ਹੋ ਰਿਹਾ ਸੀ।
ਮੈਂ ਆਪਣੇ ਆਪ ਤੇ ਬਹੁਤ ਜ਼ਿਆਦਾ ਪਛਤਾ ਰਹੀ ਸੀ। ਹੁਣ ਤਾਂ ਮੈਨੂੰ ਉਹ ਸਾਰੇ ਮੁੰਡੇ ਚੰਗੇ ਲੱਗਦੇ ਸੀ ਜਿਨ੍ਹਾਂ ਨੂੰ ਮੈਂ ਠੁਕਰਾ ਦਿੱਤਾ ਸੀ। ਘੱਟੋ ਘੱਟ ਉਹ ਮੇਰੀ ਉਮਰ ਦੇ ਤਾਂ ਸੀ। ਮੈਨੂੰ ਆਪਣੀ ਗਲਤੀ ਦੀ ਬਹੁਤ ਵੱਡੀ ਸਜ਼ਾ ਮਿਲ ਗਈ ਸੀ। ਇਹ ਸੋਚਦਿਆਂ ਹੀ ਮੇਰਾ ਵਿਆਹ ਹੋ ਗਿਆ। ਹੁਣ ਮੈਂ ਉਸ ਬੁੱਢੇ ਦੀ ਪਤਨੀ ਬਣ ਚੁੱਕੀ ਸੀ। ਉਸਨੇ ਪਹਿਲੀ ਰਾਤ ਹੀ ਮੈਨੂੰ 50,000 ਰੁਪਏ ਵੀ ਦਿੱਤੇ ਤੇ ਕਹਿਣ ਲੱਗਾ ਕਿ ਇਹ ਤੇਰੇ ਨੇ, ਹੁਣ ਤੂੰ ਜੋ ਵੀ ਮੈਥੋਂ ਮੰਗੇਗੀ ਤੈਨੂੰ ਉਹੀ ਮਿਲੇਗਾ। ਸ਼ਾਇਦ ਮੇਰੀ ਅੱਧੀ ਖੁਆਇਸ਼ ਪੂਰੀ ਹੋ ਗਈ ਸੀ। ਮੈਨੂੰ ਪੈਸਿਆਂ ਤੇ ਖੁਸ਼ੀਆਂ ਚਾਹੀਦੀਆਂ ਸੀ, ਜਿਨ੍ਹਾਂ ਵਿੱਚੋਂ ਪੈਸੇ ਤਾਂ ਮਿਲ ਗਏ ਪਰ ਖੁਸ਼ੀਆਂ ਨਹੀਂ ਮਿਲ ਸਕੀਆਂ। ਉਹ ਕਹਿਣ ਲੱਗਾ ਕਿ ਤੇਰੇ ਵਿਆਹ ਦਾ ਇੱਕ ਤੋਹਫਾ ਹੋਰ ਵੀ ਹੈ। ਉਹ ਕਹਿਣ ਲੱਗਾ ਕਿ ਤੇਰੇ ਲਈ ਵਿਆਹ ਦਾ ਇੱਕ ਤੋਹਫਾ ਹੋਰ ਵੀ ਹੈ ਮੇਰੇ ਕੋਲ, ਜਿਸ ਦੇ ਬਾਰੇ ਤੂੰ ਸੁਣ ਕੇ ਹੈਰਾਨ ਰਹਿ ਜਾਵੇਂਗੀ। ਮੈਂ ਉਸ ਨੂੰ ਕਿਹਾ ਕਿ ਕਿਸ ਤਰ੍ਹਾਂ ਦਾ ਤੋਹਫਾ? ਤਾਂ ਉਹ ਕਹਿਣ ਲੱਗਾ ਕਿ ਅਸੀਂ ਅੱਜ ਰਾਤ ਹੀ ਹਨੀਮੂਨ ਲਈ ਸਿੰਗਾਪੁਰ ਜਾਵਾਂਗੇ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਉਸ ਨੂੰ ਪੁੱਛਿਆ, ਪਰ ਮੇਰੇ ਕੋਲ ਤਾਂ ਪਾਸਪੋਰਟ ਨਹੀਂ ਹੈ। ਤਾਂ ਉਹ ਕਹਿਣ ਲੱਗਾ ਕਿ ਤੂੰ ਉਸ ਦੀ ਚਿੰਤਾ ਨਾ ਕਰ, ਉਹ ਸਭ ਕੁਝ ਬਣ ਜਾਵੇਗਾ। ਮੈਂ ਉਸ ਨੂੰ ਕਿਹਾ ਕਿ ਮਗਰੋਂ ਮੇਰੀ ਮਾਂ ਦਾ ਕੀ ਹੋਵੇਗਾ, ਜੋ ਕਿ ਅਜੇ ਤੱਕ ਹਸਪਤਾਲ ਵਿੱਚ ਹੈ। ਤੇ ਉਹ ਫਿਰ ਕਹਿਣ ਲੱਗਾ, ਉਸ ਦੀ ਫਿਕਰ ਕਰਨ ਦੀ ਤੈਨੂੰ ਕੋਈ ਲੋੜ ਨਹੀਂ ਹੈ। ਮੈਂ ਉਸ ਲਈ 2 ਨੌਕਰ ਰੱਖ ਦਿੱਤੇ ਨੇ। ਜਦੋਂ ਤੱਕ ਅਸੀਂ ਵਾਪਸ ਆਵਾਂਗੇ ਉਦੋਂ ਤੱਕ ਉਹ ਬਿਲਕੁਲ ਠੀਕ ਹੋ ਚੁੱਕੀ ਹੋਵੇਗੀ। ਮੈਂ ਉਸ ਨੂੰ ਕਿਹਾ ਕਿ ਅੱਜ ਜਾਣਾ ਜ਼ਰੂਰੀ ਹੈ, ਅਸੀਂ ਮਹੀਨੇ ਬਾਅਦ ਨਹੀਂ ਜਾ ਸਕਦੇ। ਤਾਂ ਉਹ ਕਹਿਣ ਲੱਗਾ ਕਿ ਹੁਣ ਮੈਂ ਤੇਰਾ ਪਤੀ ਹਾਂ, ਇਸ ਲਈ ਤੈਨੂੰ ਮੇਰੀ ਗੱਲ ਮੰਨਣੀ ਹੀ ਪਵੇਗੀ। ਤੇ ਉੱਥੇ ਜਾਣ ਲਈ ਤਾਂ ਲੋਕ ਤਰਸਦੇ ਨੇ। ਵਿਆਹ ਦਾ ਇੰਨਾ ਵੱਡਾ ਤੋਹਫਾ ਕਿਸੇ ਨੇ ਵੀ ਆਪਣੀ ਪਤਨੀ ਨੂੰ ਨਹੀਂ ਕੀਤਾ ਹੋਵੇਗਾ। ਮੈਂ ਵੀ ਦਿਲ ਵਿੱਚ ਸੋਚ ਰਹੀ ਸੀ ਕਿ ਇੱਕ ਵਾਰ ਤਾਂ ਜ਼ਰੂਰ ਜਾ ਕੇ ਦੇਖਣਾ ਚਾਹੀਦਾ ਹੈ। ਇਸ ਤੋਂ ਬਾਅਦ ਅਸੀਂ ਹਸਪਤਾਲ ਵਿੱਚ ਵਾਪਸ ਆ ਗਏ। ਹੁਣ ਉਹ ਕਹਿਣ ਲੱਗਾ ਕਿ ਤੂੰ ਥੋੜੀ ਦੇਰ ਆਪਣੀ ਮਾਂ ਕੋਲ ਬੈਠ, ਉਸ ਤੋਂ ਬਾਅਦ ਮੈਂ ਜਾਣ ਦਾ ਇੰਤਜ਼ਾਮ ਕਰਦਾ ਹਾਂ। ਮੈਂ ਆਪਣੀ ਮਾਂ ਕੋਲ ਜਾ ਕੇ ਜਿਵੇਂ ਹੀ ਬੈਠੀ ਤਾਂ ਉੱਥੇ ਇੱਕ ਨਰਸ ਆਈ ਤੇ ਕਹਿਣ ਲੱਗੀ ਕਿ ਕੀ ਇਹ ਤੁਹਾਡਾ ਪਿਤਾ ਹੈ? ਮੈਂ ਉਸ ਨੂੰ ਕਿਹਾ, ਨਹੀਂ, ਇਹ ਮੇਰਾ ਪਤੀ ਹੈ। ਇਹ ਸੁਣ ਕੇ ਉਹ ਮੇਰੇ ਵੱਲ ਬੜੀ ਅਜੀਬ ਨਜ਼ਰਾਂ ਨਾਲ ਦੇਖਣ ਲੱਗੀ। ਮੈਂ ਸੋਚ ਰਹੀ ਸੀ ਕਿ ਸ਼ਾਇਦ ਇਹ ਸੋਚ ਰਹੀ ਹੋਵੇਗੀ ਕਿ ਤੂੰ ਵੀ ਪੈਸਾ ਹੀ ਦੇਖਿਆ, ਪਤੀ ਤਾਂ ਦੇਖਿਆ ਹੀ ਨਹੀਂ। ਪਰ ਉਹ ਮੈਨੂੰ ਕਹਿਣ ਲੱਗੀ ਕਿ ਇਹਨਾਂ ਕੋਲ ਪੈਸਾ ਬਹੁਤ ਹੈ, ਹੁਣ ਮੈਨੂੰ ਵੀ ਪੈਸੇ ਦੇ ਕੇ ਗਏ ਨੇ। ਮੈਂ ਉਸ ਦੀ ਇਹ ਗੱਲ ਸੁਣ ਕੇ ਹਲਕਾ ਜਿਹਾ ਮੁਸਕਰਾਈ ਤੇ ਸਿਰ ਹਿਲਾਇਆ। ਉਸ ਤੋਂ ਥੋੜੀ ਦੇਰ ਬਾਅਦ ਮੇਰਾ ਪਤੀ ਮੈਨੂੰ ਹਨੀਮੂਨ ਤੇ ਲੈ ਜਾਣ ਲਈ ਆ ਗਿਆ। ਮੈਂ ਬਾਹਰ ਆਈ ਤਾਂ ਬਾਹਰ ਇੱਕ ਗੱਡੀ ਖੜੀ ਹੋਈ ਸੀ। ਮੈਂ ਸੋਚ ਰਹੀ ਸੀ ਕਿ ਇਹ ਗੱਡੀ ਸਾਨੂੰ 에ਅਰਪੋਰਟ ਛੱਡ ਦੇਵੇਗੀ, ਪਰ ਮੈਂ ਇੱਕ ਗੱਲ ਤੇ ਹੈਰਾਨ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਆਪਣੀ ਗੱਡੀ ਕਿਉਂ ਨਹੀਂ ਲੈ ਕੇ ਆਏ, ਤਾਂ ਉਹ ਕਹਿਣ ਲੱਗੇ ਕਿ ਮੇਰੀ ਗੱਡੀ ਦੀ ਕੀ ਜ਼ਰੂਰਤ ਹੈ, ਜਾਣਾ ਤਾਂ ਆਪਾਂ 에ਅਰਪੋਰਟ ਤੱਕ ਹੈ। ਮੈਨੂੰ ਵੀ ਉਸ ਦੀ ਗੱਲ ਠੀਕ ਲੱਗੀ, ਇਸ ਲਈ ਇਹ ਸੁਣ ਕੇ ਮੈਂ ਵੀ ਚੁੱਪ ਹੋ ਗਈ। ਅੱਗੇ ਜਾ ਕੇ ਉਹ ਗੱਡੀ ਖਰਾਬ ਹੋ ਗਈ। ਡਰਾਈਵਰ ਕਹਿਣ ਲੱਗਾ ਕਿ ਕਿਸੇ ਮਕੈਨਿਕ ਨੂੰ ਬੁਲਾਉਣਾ ਪਵੇਗਾ। ਇਸ ਤੋਂ ਬਾਅਦ ਮੇਰਾ ਪਤੀ ਮੈਨੂੰ ਕਹਿਣ ਲੱਗਾ ਕਿ ਤੂੰ 에ਅਰਪੋਰਟ ਪਹੁੰਚ, ਉੱਥੇ ਇੱਕ ਬੱਸ ਆ ਰਹੀ ਸੀ। ਉਸਨੇ ਉਹ ਬੱਸ ਰੋਕੀ ਤੇ ਮੈਨੂੰ ਉਸ ਬੱਸ ਵਿੱਚ ਬਿਠਾ ਦਿੱਤਾ। ਜਦੋਂ ਮੈਂ ਉਸ ਬੱਸ ਦੇ ਅੰਦਰ ਗਈ ਤਾਂ ਉਸ ਦੇ ਅੰਦਰ 2 ਬੁੱਢੇ ਆਦਮੀ ਤੇ 6-7 ਜਵਾਨ ਲੜਕੀਆਂ ਸਨ। ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਈ। ਥੋੜੀ ਦੂਰ ਜਾ ਕੇ ਮੈਂ ਉਹਨਾਂ ਲੜਕੀਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਇਹ ਬੱਸ ਕਿੱਥੇ ਜਾ ਰਹੀ ਹੈ, ਕਿਉਂਕਿ ਮੈਨੂੰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਕਿ ਉਹ ਬੱਸ 에ਅਰਪੋਰਟ ਤੱਕ ਪਹੁੰਚ ਜਾਵੇਗੀ। ਜਿੰਨੇ ਵੀ ਮੁਸਾਫਰ ਉਸ ਬੱਸ ਵਿੱਚ ਸਨ, ਉਹ ਸਾਰੇ ਦੇ ਸਾਰੇ ਚੁੱਪ ਬੈਠੇ ਹੋਏ ਸਨ। ਇੰਨੇ ਵਿੱਚ ਇੱਕ ਲੜਕੀ ਮੇਰੇ ਕੋਲ ਆ ਕੇ ਬੈਠ ਗਈ। ਪਹਿਲਾਂ ਤਾਂ ਮੈਨੂੰ ਬੜੀ ਅਜੀਬ ਨਜ਼ਰਾਂ ਨਾਲ ਦੇਖਦੀ ਰਹੀ। ਮੇਰੇ ਬਹੁਤ ਜ਼ਿਆਦਾ ਪੁੱਛਣ ਤੇ ਉਸਨੇ ਜਵਾਬ ਦਿੱਤਾ ਕਿ ਇਹ ਸਾਨੂੰ ਵੇਚਣ ਲਈ ਲੈ ਜਾ ਰਹੇ ਨੇ। ਮੈਂ ਉਸ ਨੂੰ ਕਿਹਾ, ਪਰ ਮੈਂ ਤਾਂ ਆਪਣੇ ਪਤੀ ਨਾਲ ਹਨੀਮੂਨ ਤੇ ਜਾ ਰਹੀ ਹਾਂ। ਤਾਂ ਉਹ ਮੈਨੂੰ ਕਹਿਣ ਲੱਗੀ ਕਿ ਇਹ ਸਭ ਲੜਕੀਆਂ ਦੇਖ ਰਹੀਆਂ, ਇਹਨਾਂ ਸਭ ਲੜਕੀਆਂ ਨੂੰ ਵੀ ਤੇਰੇ ਵਾਂਗ ਹੀ ਕੋਈ ਨਾ ਕੋਈ ਝਾਂਸੇ ਵਿੱਚ ਫਸਾਇਆ ਗਿਆ ਹੈ। ਤੇ ਤੈਨੂੰ ਪਤਾ ਹੈ, ਸਾਡੇ ਸਾਰਿਆਂ ਵਿੱਚੋਂ ਤੇਰੀ ਕੀਮਤ ਹੀ ਸਭ ਤੋਂ ਜ਼ਿਆਦਾ ਲੱਗੀ ਹੈ, ਕਿਉਂਕਿ ਤੂੰ ਬਹੁਤ ਜ਼ਿਆਦਾ ਖੂਬਸੂਰਤ ਹੈ। ਉਸ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਘਬਰਾ ਗਈ। ਉਹ ਮੈਨੂੰ ਕਹਿਣ ਲੱਗੀ ਕਿ ਬਸ ਹੁਣ ਤਾਂ ਚੁੱਪਚਾਪ ਬੈਠੀ ਰਹਿ ਤੇ ਦੇਖ ਕਿ ਕਿਸਮਤ ਤੈਨੂੰ ਕਿੱਥੇ ਲੈ ਕੇ ਜਾਂਦੀ ਹੈ। ਨਾਲੇ ਜੇ ਤੂੰ ਮੂੰਹ ਖੋਲ੍ਹਿਆ ਤਾਂ ਇਹ ਆਪਾਂ ਨੂੰ ਸਾਰਿਆਂ ਨੂੰ ਜਾਨੋਂ ਮਾਰ ਦੇਣਗੇ। ਥੋੜੀ ਦੇਰ ਬਾਅਦ ਪੁਲਿਸ ਦਾ ਇੱਕ ਨਾਕਾ ਆ ਗਿਆ। ਪੁਲਿਸ ਵਾਲੇ ਉਸ ਬੱਸ ਨੂੰ ਰੋਕ ਕੇ ਚੈਕਿੰਗ ਕਰਨ ਲੱਗੇ। ਮੈਂ ਚੁੱਪ ਬੈਠਣ ਵਾਲੀ ਨਹੀਂ ਸੀ। ਮੈਂ ਸੋਚ ਰਹੀ ਸੀ ਕਿ ਅੱਜ ਕੱਲ੍ਹ ਤਾਂ ਲੋਕਾਂ ਕੋਲੋਂ ਇੱਕ ਘਰ ਨਹੀਂ ਤਿਆਰ ਹੁੰਦਾ ਤੇ ਮੇਰੇ ਮਕਾਨ ਮਾਲਿਕ ਕੋਲ 20 ਘਰ ਨੇ। ਹੁਣ ਮੈਨੂੰ ਉਸ ਦੀ ਕਮਾਈ ਦਾ ਇਹ ਗੈਰ ਕਾਨੂੰਨੀ ਤਰੀਕਾ ਸਮਝ ਆ ਚੁੱਕਿਆ ਸੀ।
ਮੈਂ ਸੋਚ ਰਹੀ ਸੀ ਕਿ ਮੇਰੀ ਭਾਵੇਂ ਜਾਨ ਚਲੀ ਜਾਵੇ, ਪਰ ਮੈਂ ਇਸ ਗਰੋਹ ਦਾ ਪਰਦਾ ਫਾਸ਼ ਕਰਕੇ ਰਹਾਂਗੀ। ਜਿਵੇਂ ਹੀ ਪੁਲਿਸ ਇੰਸਪੈਕਟਰ ਬੱਸ ਦੀ ਚੈਕਿੰਗ ਲਈ ਉੱਪਰ ਚੜ੍ਹਿਆ ਤਾਂ ਮੈਥੋਂ ਬੋਲੇ ਬਿਨਾਂ ਨਾ ਰਿਹਾ ਗਿਆ। ਮੈਂ ਉਸ ਨੂੰ ਕਿਹਾ ਕਿ ਸਾਨੂੰ ਵੇਚਿਆ ਗਿਆ ਹੈ ਤੇ ਹੁਣ ਸਾਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਈ ਲਿਜਾਇਆ ਜਾ ਰਿਹਾ ਹੈ। ਇੰਸਪੈਕਟਰ ਸਾਹਿਬ, ਤੁਸੀਂ ਸਾਡੀ ਮਦਦ ਕਰੋ। ਮੇਰੇ ਨਾਲ ਦੀਆਂ ਲੜਕੀਆਂ ਪਹਿਲਾਂ ਤਾਂ ਕੁਝ ਵੀ ਨਾ ਬੋਲੀਆਂ, ਪਰ ਬਾਅਦ ਵਿੱਚ ਉਹਨਾਂ ਨੇ ਵੀ ਮੇਰੀ ਹਾਂ ਵਿੱਚ ਹਾਂ ਮਿਲਾ ਦਿੱਤੀ ਤੇ ਪੁਲਿਸ ਨੇ ਉਸ ਬੱਸ ਨੂੰ ਜ਼ਬਤ ਕਰ ਲਿਆ ਤੇ ਸਾਨੂੰ ਸਾਰੀਆਂ ਕੁੜੀਆਂ ਨੂੰ ਆਪਣੇ ਆਪਣੇ ਘਰ ਸੁਰੱਖਿਅਤ ਪਹੁੰਚਾ ਦਿੱਤਾ। ਤੇ ਮੇਰੀ ਕਿਸਮਤ ਦੇਖੋ, ਮੈਨੂੰ ਰਾਜ ਦਾ ਵੀ ਫੋਨ ਆ ਗਿਆ ਤੇ ਪੁੱਛਣ ਲੱਗਾ ਕਿ ਤੂੰ ਕਿੱਥੇ ਹੈ। ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਉਸ ਨੂੰ ਕਿਹਾ ਕਿ ਉਹ ਮੈਨੂੰ ਆ ਕੇ ਲੈ ਜਾਵੇ, ਤਾਂ ਉਹ ਮੈਨੂੰ ਆ ਕੇ ਲੈ ਗਿਆ। ਹੁਣ ਮੇਰੀ ਮਾਂ ਵੀ ਬਿਲਕੁਲ ਠੀਕ ਹੋ ਚੁੱਕੀ ਸੀ। ਮੈਂ ਰਾਜ ਤੋਂ ਆਪਣੇ ਕੀਤੇ ਦੀ ਮਾਫੀ ਮੰਗੀ ਤੇ ਉਸ ਨਾਲ ਵਿਆਹ ਕਰਵਾ ਲਿਆ। ਮਕਾਨ ਮਾਲਿਕ ਤੇ ਉਸ ਦੇ ਸਾਥੀਆਂ ਨੂੰ ਪੁਲਿਸ ਫੜ ਕੇ ਲੈ ਗਈ ਤੇ ਲੜਕੀਆਂ ਦਾ ਗੈਰ ਕਾਨੂੰਨੀ ਧੰਦਾ ਕਰਨ ਲਈ ਮੇਰੇ ਮਕਾਨ ਮਾਲਿਕ ਨੂੰ 20 ਸਾਲ ਦੀ ਕੈਦ ਹੋ ਗਈ। ਦੋਸਤੋ, ਹੁਣ ਮੈਨੂੰ ਵੀ ਸਮਝ ਲੱਗ ਗਈ ਸੀ ਕਿ ਕੁਦਰਤ ਕਿਵੇਂ ਹਰ ਇੱਕ ਇਨਸਾਨ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੰਦੀ ਹੈ। ਮਕਾਨ ਮਾਲਿਕ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲ ਗਈ ਤੇ ਮੈਨੂੰ ਤਾਂ ਵੈਸੇ ਹੀ ਕੁਦਰਤ ਨੇ ਸਜ਼ਾ ਦੇ ਦਿੱਤੀ ਸੀ, ਪਰ ਇੱਕ ਵਾਰ ਤੋਂ ਫਿਰ ਮੈਨੂੰ ਕੁਦਰਤ ਨੇ ਦੂਜਾ ਮੌਕਾ ਦਿੱਤਾ ਤੇ ਮੈਂ ਹੁਣ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।